ਗੁਰੂ ਪਿਆਰੀ ਸਾਧ ਸੰਗਤ ਜੀ, ਰਾਧਾ ਸੁਆਮੀ। ਅੱਜ ਦਾ ਇਹ ਸਤਸੰਗ ਸਾਉਣ ਮਹੀਨੇ ਦਾ ਬੜਾ ਹੀ ਮਹੱਤਵਪੂਰਨ ਸਤਸੰਗ ਹੈ। ਜਿਸ ਨੂੰ ਨਾਮ ਮਿਲਿਆ ਏ, ਸਵਾਮੀ ਜੀ ਮਹਾਰਾਜ ਉਸ ਦੀ ਮੌਤ ਦਾ ਹਾਲ ਪਹਿਲੇ ਬਿਆਨ ਕਰਦੇ ਨੇ, ਕਿਉਂਕਿ ਜਿਹੜਾ ਰੋਜ਼ ਮਰੇ ਉਹਨੂੰ ਮਰਨ ਦਾ ਕੀ ਫਿਕਰ। ਅਸੀਂ ਦੇਖਦੇ ਹਾਂ ਕਮਾਈ ਵਾਲਿਆਂ ਨੂੰ 6-6 ਮਹੀਨੇ ਪਹਿਲੋਂ ਮੌਤ ਦੀ ਇਤਲਾਹ ਮਿਲ ਜਾਂਦੀ ਏ। ਜਿਹੜੇ ਮਾਮੂਲੀ ਭਗਤ ਹਨ ਉਹਨਾਂ ਨੂੰ 10-12 ਦਿਨ ਪਹਿਲੇ, ਕਿਸੇ ਨੂੰ 2-4 ਦਿਨ ਪਹਿਲੇ ਆ ਕੇ ਸਤਿਗੁਰੂ ਦੱਸ ਜਾਂਦੇ ਨੇ ਕਿ ਫਲਾਣੇ ਦਿਨ ਚੱਲਣਾ ਏ। ਜਿਹੜਾ ਸਤਿਗੁਰ ਸਿੱਖ ਦੀ ਮੌਤ ਦੇ ਵਕਤ ਨਾ ਆਇਆ, ਅਸੀਂ ਉਸ ਸਤਿਗੁਰੂ ਨੂੰ ਦੂਰੋਂ ਸਲਾਮ ਕਰਦੇ ਹਾਂ ਔਰ ਐਸੇ ਨਾਮ ਨੂੰ ਵੀ। ਪਰ ਜੇਕਰ ਸਿੱਖ ਨਾਮ ਲੈ ਕੇ ਕਮਾਈ ਨਾ ਕਰੇ, ਫਿਰ ਗੁਰੂ ਦੀ ਮੌਜ ਆਵੇ, ਉਸ ਦੀ ਮੌਜ ਨਾ ਆਵੇ। ਇਹ ਉਸ ਦਾ ਬਿਰਧ ਏ ਕਿ ਉਹ ਆਪਣੇ ਸਿੱਖਾਂ ਦੀ ਸੰਭਾਲ ਕਰਦਾ ਏ। ਸਤਸੰਗ ਦੇ ਵਚਨ। ਸਾਵਨ ਆਇਆ ਮਾਸ ਦੂਸਰਾ, ਸਾਸ ਮਰੀ ਘਰ ਆਇਆ ਸੁਸਰਾ। ਪਹਿਲੇ ਸਤਸੰਗੀ ਦੀ ਮੌਤ ਬਿਆਨ ਕਰਦੇ ਨੇ। ਜਦੋਂ ਮੌਤ ਆਉਂਦੀ ਏ, ਸ਼ਬਦ ਸੁਸਰਾ ਪ੍ਰਗਟ ਹੋ ਜਾਂਦਾ ਏ। ਬਾਜੇ ਬਿਮਾਰ 2-2, 3-3 ਦਿਨ ਪਹਿਲੋਂ ਬੋਲਣੇ ਬੰਦ ਹੋ ਜਾਂਦੇ ਨੇ। ਕਿਆ ਜਦ ਸ਼ਬਦ ਆਉਂਦਾ ਏ, ਆਸਾ ਮਨਸਾ ਮਰ ਜਾਂਦੀ ਏ। ਇੱਥੋਂ ਤੱਕ ਦੇਖਿਆ ਗਿਆ ਏ ਕਿ ਜਿਨ੍ਹਾਂ ਔਰਤਾਂ ਦੇ 2-2 ਸਾਲ ਦੇ ਬੱਚੇ ਸਨ, ਉਹਨਾਂ ਨੇ ਕਈ ਦਿਨ ਪਹਿਲੇ ਬੱਚਿਆਂ ਨੂੰ ਦੁੱਧ ਦੇਣਾ ਬੰਦ ਕਰ ਦਿੱਤਾ। ਉਹਨਾਂ ਦੇ ਰਿਸ਼ਤੇਦਾਰਾਂ ਨੇ ਬਹੁਤ ਮਜਬੂਰ ਕੀਤਾ ਕਿ ਤੂੰ ਸਤਿਗੁਰ ਨੂੰ ਅਰਜ਼ ਕਰ, ਤੇਰਾ ਲੜਕਾ ਅਜੇ ਨਿਆਣਾ ਏ, ਤੈਨੂੰ 2-4 ਸਾਲ ਲਈ ਛੱਡ ਜਾਣ। ਤਾਂ ਉਹਨਾਂ ਬੀਬੀਆਂ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ 2-4 ਘੜੀ ਵੀ ਰਹਿਣਾ ਪਸੰਦ ਨਹੀਂ ਕਰਦੀ। ਅਗਰ ਆਦਮੀ ਦੀ ਸੁਰਤ ਲੱਗੀ ਹੋਵੇ, ਜੇਕਰ ਉਹਨੂੰ ਆ ਕੇ ਔਰਤ, ਪੁੱਤਰ ਜਾਂ ਕੋਈ ਹੋਰ ਨਜ਼ਦੀਕੀ ਰਿਸ਼ਤੇਦਾਰ ਬੁਲਾਵੇ, ਉਹ ਬੋਲਦਾ ਨਹੀਂ, ਬੇਸਤਸੰਗੀ ਨਾਲ ਗੱਲ ਨਹੀਂ ਕਰਦਾ। ਕਿਆ ਸੁਰਤ ਸ਼ਬਦ ਨਾਲ ਲੱਗੀ ਹੋਈ ਏ, ਸ਼ਬਦ ਖਿੱਚਦਾ ਏ, ਸੁਰਤ ਉਹਨੂੰ ਛੱਡਣਾ ਪਸੰਦ ਨਹੀਂ ਕਰਦੀ। ਕਾਲੀ ਘਟਾ ਸ਼ਾਮ ਮਨ ਹੁਆ, ਸ਼ਾਮ ਕੰਜਮੇ ਯਹ ਮਨ ਮੂਆ। ਅਗਰ ਸਾਰੀ ਉਮਰ ਦੁਨੀਆ ਦੇ ਭੋਗ ਕੇ ਮਨ ਸਿਆਹ ਹੋਇਆ ਸੀ, ਨਾਮ ਲੈ ਕੇ ਰੱਖ ਛੱਡਿਆ ਸੀ, ਕੁਝ ਕੀਤਾ ਨਹੀਂ ਸੀ, ਅੰਦਰ ਪਰਦਾ ਨਹੀਂ ਸੀ ਖੁੱਲ੍ਹਿਆ ਹੋਇਆ, ਫਿਰ ਵੀ ਜਦ ਸਤਿਗੁਰ ਨੇ ਤਵੱਜੋ ਦਿੱਤੀ, ਰੂਹ ਉਲਟ ਕੇ ਸਹੰਸ ਦਲ ਕਮਲ ਵਿੱਚ ਚਲੀ ਗਈ। ਉੱਥੇ ਜੋਤ ਜਗ ਰਹੀ ਏ। ਜਦ ਮਨ ਨੇ ਜੋਤ ਦੇ ਦਰਸ਼ਨ ਕੀਤੇ ਤਾਂ ਉੱਥੇ ਹੀ ਮਰ ਗਿਆ ਔਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਿਕਲ ਕੇ ਬਾਹਰ ਆ ਗਏ। ਉਹ ਮਨ ਜਿਹੜਾ ਦੁਨੀਆ ਔਰ ਦੁਨੀਆ ਦੇ ਸਮਾਨਾਂ ਦਾ ਆਸ਼ਿਕ ਸੀ, ਸਾਰੀ ਉਮਰ ਖੋਟੇ ਕਰਮ ਕਰਕੇ ਸਿਆਹ ਔਰ ਗੰਦਾ ਹੋ ਚੁੱਕਾ ਸੀ, ਸਤਿਗੁਰ ਦੀ ਕਿਰਪਾ ਨਾਲ ਸਹੰਸ ਦਲ ਕਮਲ ਵਿੱਚ ਜਾ ਕੇ ਮਰ ਗਿਆ। ਕਿਆ ਨਿਰਮਲ ਹੋ ਗਿਆ। ਇਹ ਜਿਹੜਾ ਹਿੰਦੂਆਂ ਦੇ ਮਰਨ ਦੇ ਵਕਤ ਦੀਵਾ ਵੱਟੀ ਕਰਦੇ ਨੇ, ਇਹ ਤੁਰਿਆ ਪਦ ਦੀ ਨਕਲ ਏ। ਮਤਲਬ ਇਹ ਕਿ ਮੌਤ ਦੇ ਵਕਤ ਆਦਮੀ ਦਾ ਖਿਆਲ ਝੱਟ ਜੋਤ ਵਿੱਚ ਲੱਗ ਜਾਏ, ਉੱਥੇ ਅੰਮ੍ਰਿਤ ਬਰਸਦਾ ਏ। ਗੁਰੂ ਗੋਬਿੰਦ ਸਾਹਿਬ ਕੀ ਕਹਿੰਦੇ ਨੇ? ਪੂਰਨ ਜੋਤ ਜਗੇ ਘਟ ਮਾਹੇ, ਖਾਲਸਾ ਤਹਿਨ ਖਾਲਸ ਜਾਣੇ। ਕਿ ਜਦ ਤੱਕ ਸਿੱਖ ਦੇ ਅੰਦਰ ਜੋਤ ਪ੍ਰਗਟ ਨਹੀਂ ਹੁੰਦੀ, ਇਹ ਖਾਲਸਾ ਨਹੀਂ ਕਹਿਲਾ ਸਕਦਾ। ਕਿਉਂ? ਜਦ ਕਾਮ, ਕ੍ਰੋਧ ਵਗੈਰਾ ਕਾਬੂ ਵਿੱਚ ਨਹੀਂ, ਉਹ ਸਿੱਖ ਕਿਸ ਦਾ ਏ? ਉਹ ਤਾਂ ਮਨ ਦਾ ਸਿੱਖ ਏ। ਸੋ ਇਹ ਜਿਹੜਾ ਬਾਹਰ ਦੀਵਾ ਕਰਾਉਂਦੇ ਨੇ, ਇਹ ਝੂਠਾ ਏ। ਫੂਕ ਮਾਰਿਆਂ ਬੁੱਝ ਜਾਂਦਾ ਏ ਔਰ ਕਾਉ ਕੁੱਤੇ ਲੈ ਜਾਂਦੇ ਨੇ। ਕਹਿੰਦੇ ਨੇ ਜਿਸ ਵਕਤ ਖਿਆਲ ਸਿਮਟੇ ਝੱਟ ਜੋਤ ਵਿੱਚ ਲੈ ਜਾਏ, ਫਿਰ ਬ੍ਰਹਮ ਔਰ ਪਾਰ ਬ੍ਰਹਮ ਵਿੱਚ ਲੈ ਜਾਏ। ਗੋਇਆ ਸ਼ਾਮ ਕੰਜ ਕਿਆ, ਸਹੰਸ ਦਲ ਕਮਲ ਵਿੱਚ ਪਹੁੰਚ ਕੇ ਮਨ ਕਾਬੂ ਆ ਜਾਂਦਾ ਏ। ਜਿਹੜੀ ਰੋਮਨ ਕੈਥੋਲਿਕ ਦੇ ਗਿਰਜੇ ਵਿੱਚ ਬੱਤੀ ਜਲਾਈ ਜਾਂਦੀ ਏ, ਇਹ ਵੀ ਝੂਠੀ ਏ। ਕਿਆ ਲੋਕ ਅਸਲੀ ਰਸਤਾ ਭੁੱਲ ਗਏ ਔਰ ਉਹਨਾਂ ਨੇ ਬਾਹਰ ਝੂਠੇ ਰਸਤੇ ਬਣਾ ਲਏ। ਸਵਾਮੀ ਜੀ ਮਹਾਰਾਜ
ਅੱਗੇ ਕੀ ਫਰਮਾਉਂਦੇ ਹਨ? ਗਰਜੇ ਬਾਦਲ ਚਮਕੇ ਬਿਜਲੀ, ਮਨਸਾ ਮੋੜੀ ਆਸਾ ਬਦਲੀ। ਜਿਸ ਵਕਤ ਅੰਦਰ ਜੋਤ ਦੇਖੀ ਔਰ ਜਿਹੜੀ ਅੰਦਰ ਗੁਰਬਾਣੀ ਹੋ ਰਹੀ ਹੈ ਸੁਣੀ, ਔਰ ਉੱਥੇ ਜਿਹੜਾ ਅੰਮ੍ਰਿਤ ਬਰਸ ਰਿਹਾ ਏ ਉਹਨੂੰ ਪੀਤਾ, ਤਾਂ ਝੱਟ ਪਤਾ ਲੱਗਾ ਕਿ ਉਹ ਜਿਹੜੀ ਦੁਨੀਆ ਏ ਇਹ ਤਾਂ ਝੂਠੀ ਏ। ਉੱਥੇ ਜਾ ਕੇ ਰੂਹ ਜਨਮਾਂ ਜਨਮਾਂ ਦੀ ਸੁੱਤੀ ਜਾਗ ਉੱਠੀ ਦੁਨੀਆ, ਔਰ ਦੁਨੀਆ ਦੇ ਖਿਆਲ ਉੱਡ ਗਏ, ਕਾਮ ਕ੍ਰੋਧ ਵਗੈਰਾ ਦਾ ਨਾਸ਼ ਹੋ ਗਿਆ, ਔਰ ਉਹਨਾਂ ਦੀ ਜਗ੍ਹਾ ਗੁਰੂ ਦਾ ਪ੍ਰੇਮ ਔਰ ਪਿਆਰ ਆ ਗਿਆ। ਤਵੱਜੋ ਗੁਰੂ ਔਰ ਨਾਮ ਦੀ ਤਰਫ ਬਦਲ ਗਈ। ਅਬ ਹਰ ਵਕਤ ਨਾਮ ਦਾ ਇਸ਼ਕ, ਨਾਮ ਦਾ ਪਿਆਰ ਔਰ ਨਾਮ ਦਾ ਹੀ ਖਿਆਲ ਹੈ। ਸੁਰਤ ਨਿਰਤ ਕੀ ਝੜੀਆਂ ਲਾਗੀ, ਧੁਨ ਅਨੰਤ ਸ਼ਬਦਨ ਸੇ ਚਾਲੀ। ਸਾਵਣ ਦਾ ਮਹੀਨਾ ਬਰਖਾ ਦਾ ਹੁੰਦਾ ਏ, ਠੰਡਾ ਔਰ ਸੋਹਣਾ ਹੁੰਦਾ ਏ। ਇਸ ਤਰ੍ਹਾਂ ਅੰਦਰ ਬੜਾ ਸੋਹਣਾ ਸਮਾਂ ਏ। ਰੂਹ ਅੰਮ੍ਰਿਤ ਪੀਂਦੀ ਏ। ਜਿਹੜਾ ਅੰਮ੍ਰਿਤ ਉੱਤੇ ਬਰਸ ਰਿਹਾ ਏ ਉਹਨੂੰ ਪੀ ਕੇ ਅਜੀਬ ਖੁਸ਼ੀ ਔਰ ਮੁਹੱਬਤ ਪੈਦਾ ਹੋ ਗਈ। ਅੰਦਰ ਬੜੇ ਪ੍ਰੇਮ ਔਰ ਪਿਆਰ ਦੀ ਧੁਨੀ ਆ ਰਹੀ ਏ। ਕਿਆ ਅੰਦਰ ਕੀਰਤਨ ਹੋ ਰਿਹਾ ਏ। 10 ਕਿਸਮ ਦੀਆਂ ਧੁਨਾਂ ਇੱਥੇ ਮੌਜੂਦ ਹਨ। ਉਹ ਧੁਨ ਵਿੱਚ ਕਸ਼ਿਸ਼ ਹੈ। ਉਹ ਰੂਹ ਨੂੰ ਹਰ ਵਕਤ ਖਿੱਚਦੀ ਰਹਿੰਦੀ ਏ। ਮੌਤ ਤੋਂ ਬਾਅਦ ਇਹ ਹਾਲ ਹੁੰਦਾ ਏ ਕਿਸ ਦਾ? ਜਿਹੜਾ ਨਾਮ ਜਪਦਾ ਏ। ਔਰ ਇਹ ਦੁੱਖ ਕਿਹਨਾਂ ਵਾਸਤੇ ਨੇ? ਜਿਹੜੇ ਨਿਪਟ ਸੰਸਾਰੀ ਨੇ। ਜੀਂਦੇ ਜੀ ਨਾਮ ਕੋਈ ਨਹੀਂ ਜਪਿਆ, ਜਿਹੜੇ ਜੀਂਦੇ ਜੀ ਖੰਡਾਂ ਬ੍ਰਹਿਮੰਡਾਂ 'ਤੇ ਗਏ, ਉਹਨਾਂ ਵਾਸਤੇ ਮੌਤ ਤਾਂ ਖੇਲ ਹੈ। ਬਿਰਧ ਅਵਸਥਾ ਚੇਤਨ ਲਾਗੀ, ਕਾਲ ਆਏ ਜਬ ਸਿਰ ਪਰ ਗਾਜੀ। ਕਹਿੰਦੇ ਨੇ ਚਾਹੇ ਬੁੱਢੇ ਬਾਰੇ ਨਾਮ ਮਿਲਿਆ ਏ, ਮੌਤ ਸਿਰ 'ਤੇ ਖੜੀ ਸੀ, ਫਿਰ ਵੀ ਸਤਿਗੁਰ ਸੰਭਾਲ ਕਰਦਾ ਏ। ਜਦ ਸਤਸੰਗੀ ਦੀ ਮੌਤ ਆਉਂਦੀ ਏ ਔਰ ਰੂਹ 9 ਦਰਵਾਜ਼ਿਆਂ ਨੂੰ ਛੱਡ ਕੇ ਉੱਪਰ ਆਈ, ਉੱਥੇ 2 ਰਸਤੇ ਨੇ, ਦਾਇਆਂ ਔਰ ਬਾਇਆਂ। ਦਾਇਆਂ ਸਤਿਗੁਰ ਦਾ ਏ ਔਰ ਬਾਇਆਂ ਕਾਲ ਦਾ ਏ। ਸਤਿਗੁਰ ਉੱਥੇ ਰੂਹ ਦੀ ਸੰਭਾਲ ਕਰਦਾ ਏ। ਫਿਰ ਦੇਖਦਾ ਏ ਕਿ ਜੇਕਰ ਇਹਦੇ ਦਿਲ ਵਿੱਚ ਦੁਨੀਆ ਦੀ ਖਾਹਿਸ਼ ਏ, ਕੁਝ ਦੇਰ ਸਹੰਸ ਦਲ ਕਮਲ ਵਿੱਚ ਠਹਿਰਾ ਕੇ ਇਸ ਨੂੰ ਜਨਮ ਦੇ ਦਿੰਦਾ ਏ। ਮਗਰ ਪਹਿਲੇ ਜਨਮ ਨਾਲੋਂ ਚੰਗਾ ਕਿਆ ਅਗਲਾ ਜਨਮ ਸ਼੍ਰੇਸ਼ਟ ਹੁੰਦਾ ਏ। ਔਰ ਜੇਕਰ ਦੁਨਿਆਵੀ ਖਾਹਿਸ਼ ਨਹੀਂ ਔਰ ਭਜਨ ਵੀ ਨਹੀਂ ਹੋਇਆ ਤਾਂ ਜਨਮ ਨਹੀਂ ਦਿੰਦੇ, ਬਲਕਿ ਉੱਥੇ ਹੀ ਸੂਖਮ ਸਰੀਰ ਨਾਲ ਭਜਨ ਕਰਾ ਕੇ ਦਰਜਾ ਬਾ ਦਰਜਾ ਉੱਪਰ ਲੈ ਜਾਂਦੇ ਨੇ। ਇਸ ਨੂੰ ਵਾਪਸ ਲਿਆਉਣ ਵਾਲੀ ਕਿਹੜੀ ਚੀਜ਼ ਏ? ਦੁਨੀਆ ਔਰ ਦੁਨੀਆ ਦੀ ਪ੍ਰੀਤ ਔਰ ਇੱਥੋਂ ਦੀਆਂ ਖਾਹਿਸ਼ਾਂ। ਜਮਪੁਰ ਸੇ ਅਬ ਸਤਿਗੁਰ ਰਾਖੇਂ, ਬਹੁਤ ਤੱਕ ਜੀਵ ਮੌਤ ਦਰ ਤਾਕੇਂ। ਅਬ ਸਤਿਗੁਰ ਨੇ ਜਮਦੂਦਾਂ ਦੇ ਹਵਾਲੇ ਨਹੀਂ ਕੀਤਾ। ਉਹਦਾ ਹਿਸਾਬ ਸਤਿਗੁਰ ਕੋਲ ਹੀ ਰਹੇਗਾ। ਜੇਕਰ ਨਾਮ ਲੈ ਕੇ ਜਮਦੂਦਾਂ ਕੋਲ ਹੀ ਜਾਣਾ ਏ ਤਾਂ ਐਸੇ ਨਾਮ ਨੂੰ ਔਰ ਸਤਿਗੁਰ ਨੂੰ ਅਸੀਂ ਦੂਰੋਂ ਹੀ ਸਲਾਮ ਕਹਿ ਦਿਆਂਗੇ। ਨਾਮ ਵਾਲੇ ਦੇ ਕੋਲ ਜਮਦੂਦ ਨਹੀਂ ਆਉਂਦੇ। ਮਗਰ ਜੇਕਰ ਨਾਮ ਦੀ ਕਮਾਈ ਕਰਦਾ ਹੋਵੇ, ਜੇਕਰ ਇਹ ਕਹੋ ਕਿ ਬਿਨਾਂ ਭਜਨ ਸੱਚਖੰਡ ਲੈ ਜਾਣਗੇ ਤਾਂ ਝੂਠਾ ਹੈ। ਬਿਨਾਂ ਪੜ੍ਹੇ ਕੋਈ BA MA ਪਾਸ ਹੋ ਸਕਦਾ ਏ? ਕਦੇ ਨਹੀਂ। ਇਹ ਉਸੂਲ ਇੱਥੇ ਹੈ। ਸੋ ਸਤਿਗੁਰ ਕੀ ਕਰਦੇ ਨੇ? ਸਹੰਸ ਦਲ ਕੰਵਲ 'ਤੇ ਭਜਨ ਕਰਾ ਕੇ ਹੌਲੀ ਹੌਲੀ ਕਦੀ ਦੂਸਰੇ ਸਥਾਨ 'ਤੇ, ਕਦੀ ਤੀਸਰੇ 'ਤੇ, ਕਦੀ ਚੌਥੇ 'ਤੇ ਲੈ ਗਏ, ਅਖੀਰ ਪਹੁੰਚਾ ਕੇ ਛੱਡਣਗੇ। ਹੁਣ ਅੱਗੇ ਗੈਰ ਸਤਸੰਗੀ ਦੀ ਮੌਤ ਦਾ ਬਿਆਨ ਕਰਦੇ ਨੇ। ਕਾਲ ਘਟਾ ਜਬ ਆਕਰ ਛਾਈ, ਧਾਰਾ ਮੌਤ ਅਧਿਕ ਬਰਸਾਈ। ਜੀਵ ਅਨੇਕ ਰਹੇ ਘਬਰਾਈ, ਕਾਇਆ ਗੜ ਉਨ ਦੀਨ ਢਵਾਈ। ਜਿਨ੍ਹਾਂ ਨੂੰ ਨਾਮ ਨਹੀਂ ਮਿਲਿਆ ਇਹ ਉਹਨਾਂ ਦਾ ਹਾਲ ਏ। ਮੌਤ ਦਾ ਵਕਤ ਏ, ਕਾਲ ਨੇ ਆਉਣਾ ਏ ਔਰ ਇਹਦਾ ਗੜ ਸਰੀਰ ਰੂਪੀ ਕਿਲਾ ਢਾਹ ਦੇਣਾ ਏ। ਘਬਰਾਉਂਦਾ ਏ ਔਰ ਕਹਿੰਦਾ ਏ ਕਿਸੇ ਹਕੀਮ ਨੂੰ ਬੁਲਾਓ, ਕਿਸੇ ਡਾਕਟਰ ਨੂੰ ਬੁਲਾਓ। ਕੋਈ ਹੈ ਜਿਹੜਾ ਮੈਨੂੰ ਮੌਤ ਤੋਂ ਬਚਾ ਲੈ। ਮੌਤ ਨੂੰ ਪਸੰਦ ਨਹੀਂ ਕਰਦਾ। ਹੁਣ ਬਚਾਏ ਕੌਣ ਤੇ ਰੱਖੇ ਕੌਣ? ਮਾਂ ਪਿਓ ਭਰਾ ਪੁੱਤਰ ਧੀਆਂ ਕੋਲ ਹੀ ਖੜੇ ਨੇ।
ਧਰਮ ਰਾਏ ਦੇ ਜਮਦੂਤ ਆਉਂਦੇ ਨੇ, ਕੰਨੋਂ ਫੜ ਕੇ ਲੈ ਜਾਂਦੇ ਨੇ। ਇਹਨਾਂ ਵੀ ਪਤਾ ਨਹੀਂ ਲੱਗਦਾ ਕਿ ਕਿਹੜੇ ਰਾਹ ਲੈ ਗਏ। ਹੁਣ ਇਹ ਜਮਦੂਤਾਂ ਦੇ ਨਾਲ ਜਾਂਦਾ ਏ, ਜੋ ਕੁਝ ਇਹਦੇ ਨਾਲ ਹੁੰਦਾ ਏ ਇਹੋ ਹੀ ਜਾਣਦਾ ਏ। ਜਮਪੁਰ ਜਾਏ ਜੀਵ ਪਛਤਾਵੈ, ਜਮ ਕੈ ਦੂਤ ਤਿਨ ਬਹੁਤ ਸਤਾਵੈ। ਰਾਹ ਵਿੱਚ ਪਿਆਸ ਲੱਗਦੀ ਏ, ਇਹ ਕਹਿੰਦਾ ਏ ਪਾਣੀ ਦਿਓ। ਜਮਦੂਤ ਕਹਿੰਦੇ ਨੇ ਪਾਣੀ ਹੈ ਨਹੀਂ। ਹਾਂ, ਜੇਕਰ ਤੂੰ ਜਿਹੜਾ ਫਲਾਣਾ ਪੁੰਨਦਾਨ ਕੀਤਾ ਸੀ ਉਹਦਾ ਫਲ ਸਾਨੂੰ ਦੇ ਦੇਂ ਤਾਂ ਅਸੀਂ ਤੈਨੂੰ ਪਾਣੀ ਦੇ ਦਈਏ। ਗਰੀਬ ਨੂੰ ਉੱਥੇ ਸਭ ਕੁਝ ਦੇਣਾ ਪੈਂਦਾ ਏ। ਗਰਜੇ ਕਿ ਜਿੰਨੀਆਂ ਨੇਕੀਆਂ ਪੁੰਨਦਾਨ ਕੀਤੇ ਹੁੰਦੇ ਨੇ ਸਭ ਕੁਝ ਰਾਹ ਵਿੱਚ ਜਮਦੂਤ ਖੋਹ ਲੈਂਦੇ ਨੇ। ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਗਾਤੀ ਲੂਟੈ। ਨਿਰਬਾਣ ਕੀਰਤਨ ਗਾਵੋ ਕਰਤੇ, ਕਾ ਨਿਮਕ ਸਿਮਰਤ ਜਿਤ ਛੂਟੈ। ਕਹਿੰਦੇ ਨੇ ਫਿਰ ਕੀ ਕੀਤਾ ਜਾਵੇ? ਨਾਮ ਦੀ ਕਮਾਈ ਕਰੋ। ਜਮ ਨਾਮ ਦੇ ਨੇੜੇ ਨਹੀਂ ਆਉਂਦਾ, ਡਰਦਾ ਏ। ਨਾਨਾ ਕਸ਼ਟ ਦੇ ਪਲ ਪਲ ਮੇ, ਫਿਰ ਫਾਂਸੀ ਡਾਲੈਂ ਗਲ ਗਲ ਮੇ। ਪਹਿਲੇ ਤਾਂ ਜਾਨ ਕੱਢਣ ਵਿੱਚ ਹੀ ਬੜਾ ਦੁੱਖ ਹੁੰਦਾ ਏ, ਰੂਹ ਕੰਬ ਉੱਠਦੀ ਏ। ਜਿਸ ਤਰ੍ਹਾਂ ਬੱਕਰੀ ਦੇ ਸਾਹਮਣੇ ਸ਼ੇਰ ਹੁੰਦਾ ਏ, ਫਿਰ ਜਦ ਜਮ ਮਾਰਦੇ ਨੇ ਉਹਦੀ ਬਾਬਤ ਕੁਛ ਨਾ ਪੁੱਛੋ ਕਿ ਕਿਤਨਾ ਦੁੱਖ ਹੁੰਦਾ ਏ। ਮੇਰਾ ਇੱਕ ਦੋਸਤ ਬਸ਼ੇਸ਼ਰ ਦਾਸ ਕਸਮ ਸਰੇਟ ਵਿੱਚ ਸੀ, ਮੇਰੇ ਨਾਲ ਰਹਿੰਦਾ ਸੀ। ਜਦ ਮੌਤ ਆਈ ਤਾਂ ਕਹਿੰਦਾ ਏ ਮੈਨੂੰ ਬਚਾਓ, ਉਹ ਗਾਈ ਸਿੰਘ ਮਾਰਦੀ ਏ। ਇਸ ਤਰ੍ਹਾਂ ਜਦ ਇੱਕ ਪੁਲਿਸ ਇੰਸਪੈਕਟਰ ਦੀ ਮੌਤ ਆਈ ਤਾਂ ਆਪਣੀ ਔਰਤ ਨੂੰ ਕਹਿੰਦਾ ਏ, ਕਾਕੇ ਦੀ ਮਾਂ ਦੇਖ ਜਮਦੂਤ ਮੇਰੇ ਹੱਥ ਸਾੜਦੇ ਨੇ, ਮੈਨੂੰ ਇਹ ਦੁੱਖ ਦਿੰਦੇ ਨੇ, ਉਹ ਦੁੱਖ ਦਿੰਦੇ ਨੇ। ਇਹ ਜਿਹੋ ਜਿਹੇ ਖੋਟੇ ਕਰਮ ਕਰਦਾ ਔਰ ਗੰਦੇ ਭੋਗ ਭੋਗਦਾ ਏ ਉਹਦੇ ਮੁਤਾਬਕ ਜਮਦੂਤ ਦੁੱਖ ਦਿੰਦੇ ਨੇ ਔਰ ਨਰਕਾਂ ਵਿੱਚ ਪਾਉਂਦੇ ਨੇ। ਗੁਰੂ ਅਰਜਨ ਸਾਹਿਬ ਨੇ ਕਿਹਾ ਏ, ਵਿਸਾਰੈ ਹਰ ਜੀਓ ਵਿਖੇ ਭੋਗੈ ਤਪਤ ਥੰਮ ਗਲ ਲਾਏ। ਕਿ ਜਿਹੜੇ ਮਾਲਕ ਦਾ ਨਾਮ ਨਹੀਂ ਜਪਦੇ ਔਰ ਗੰਦੇ ਕਰਮ ਕਰਦੇ ਨੇ, ਵਿਸ਼ੇ ਭੋਗਦੇ ਨੇ, ਉਹਨਾਂ ਨੂੰ ਜਮਦੂਤ ਤੱਤਿਆਂ ਥੰਮਾਂ ਨਾਲ ਲਾਉਂਦੇ ਨੇ। ਇਹੋ ਨਾਸਕੇਤ ਕਹਿ ਰਿਹਾ ਹੈ। ਜਿਹੜੇ ਦੇਖਦੇ ਨੇ ਉਹ ਕਹਿੰਦੇ ਨੇ, ਕੁੰਭੀ ਨਰਕ ਮਾਹੇ ਦੇ ਗੋਤੇ, ਜੀਵ ਸਹੇ ਦੁੱਖ ਅਤੀ ਕਰ ਰੋਤੇ। ਕੁੰਭ ਦੇ ਮਾਇਨੇ ਹਨ ਘੜਾ। ਇੱਕ ਬੜਾ ਭਾਰੀ ਨਰਕ ਏ ਜਿਹਦੇ ਵਿੱਚ ਤਮਾਮ ਕਿਸਮ ਦੀਆਂ ਗਲਾਜ਼ਤਾਂ ਭਰੀਆਂ ਹੋਈਆਂ ਨੇ। ਉੱਥੇ ਮੁੱਦਤਾਂ ਤੱਕ ਜੀਵ ਗੋਤੇ ਖਾਂਦਾ ਏ। ਉੱਥੇ ਕੌਣ ਸੁਣਦਾ ਏ? ਕੋਈ ਨਹੀਂ। ਹੁਣ ਇਹ ਦੂਰ ਨਹੀਂ, ਕਮਾਈ ਕਰੋ, ਅੰਦਰ ਵੜੋ ਔਰ ਦੇਖ ਲਓ। ਇਹ ਗੱਲਾਂ ਡਰਾਉਣ ਵਾਸਤੇ ਨਹੀਂ। ਸੰਤ ਝੂਠ ਨਹੀਂ ਕਹਿੰਦੇ। ਗੁਰੂ ਨਾਨਕ ਸਾਹਿਬ, ਤੁਲਸੀ ਸਾਹਿਬ, ਸਵਾਮੀ ਜੀ, ਕਬੀਰ ਸਾਹਿਬ, ਹੋਰ ਸਾਰੇ ਮਹਾਤਮਾ ਕਹਿੰਦੇ ਨੇ ਕਿ ਜਾਓ ਅੰਦਰ, ਪਰਦਾ ਖੋਲੋ ਔਰ ਦੇਖੋ। ਇੱਕ ਸਤਸੰਗੀ ਸਵਾਲ ਕਰਦਾ ਏ, ਹਜੂਰ ਇਹ ਗਰਭ ਵੀ ਤਾਂ ਨਰਕ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਠੀਕ ਹੈ ਇਹ ਗਰਭ ਵੀ ਨਰਕ ਹੈ, ਲੇਕਿਨ ਉਹ ਅਸਲੀ ਕੁੰਭੀ ਨਰਕ ਹੈ। ਬੇਨਰਧਈ ਦਇਆ ਨਹੀਂ ਲਾਵੇਂ, ਅਤੀ ਤਰਾਸ ਸੇ ਜੀਵ ਮੁਰਝਾਵੇਂ। ਕਹਿੰਦੇ ਨੇ ਜਮਦੂਤਾਂ ਨੂੰ ਦਇਆ ਨਹੀਂ ਆਉਂਦੀ, ਉਹਨਾਂ ਵਿੱਚ ਰਹਿਮ ਨਹੀਂ ਹੁੰਦਾ। ਜਿਸ ਤਰ੍ਹਾਂ ਬੱਕਰੀ ਕਸਾਈ ਨੂੰ ਵੇਖ ਕੇ ਸਹਿਮ ਜਾਂਦੀ ਏ, ਇਹੋ ਹਾਲ ਉੱਥੇ ਜੀਵ ਦਾ ਹੁੰਦਾ ਏ। ਉਹ ਉਹਨਾਂ ਜੀਵਾਂ ਨੂੰ ਰੋਂਦਿਆਂ ਪਿੱਟਦਿਆਂ ਨੂੰ ਦੇਖ ਕੇ ਤਾਨੇ ਦਿੰਦੇ ਨੇ ਕਿ ਤੁਸਾਂ ਮਨੁੱਖਾ ਜਨਮ ਪਾ ਕੇ ਕੋਈ ਨੇਕ ਕਰਮ ਨਹੀਂ ਕੀਤੇ, ਬਲਕਿ ਵਿਸ਼ੇ ਵਕਾਰ ਭੋਗਦੇ ਰਹੇ। ਕੋਈ ਸੁਣਦਾ ਨਹੀਂ, ਹੁਣੇ ਰੋਵੇ ਨਾ ਤੇ ਕੀ ਕਰੇ। ਅਗਨ ਖੰਭ ਸੇ ਫਿਰ ਲਿਪਟਾਵੇਂ, ਹਾਏ ਹਾਏ ਕਰ ਤਬ ਚਿੱਲਾਵੇਂ। ਜਿਨ੍ਹਾਂ ਪੁਰਸ਼ਾਂ ਨੇ ਜਾਂ ਇਸਤਰੀਆਂ ਨੇ ਮੰਦੇ ਕਰਮ ਕੀਤੇ ਨੇ, ਉਹਨਾਂ ਨੂੰ ਤੱਤਿਆਂ ਥੰਮਾਂ ਨਾਲ ਚਮਟਾਇਆ ਜਾਂਦਾ ਏ। ਨਾਮ ਵਾਲੀ ਰੂਹ ਨੂੰ ਜਮਦੂਤ ਨਹੀਂ ਲੈ ਜਾ ਸਕਦਾ। ਜੇਕਰ ਨਾਮ ਲੈ ਕੇ ਜਮਦੂਤਾਂ ਨਾਲ ਜਾਣਾ ਏ ਤਾਂ ਨਾਮ ਲੈਣ ਦੀ ਜ਼ਰੂਰਤ ਕੀ ਏ? ਮਤਲਬ ਇਹ ਹੈ ਕਿ ਜਿਸ ਨੇ ਨਾਮ ਲਿਆ ਏ, 5 ਸ਼ਬਦ ਦਾ ਉਪਦੇਸ਼ ਮਿਲਿਆ ਏ, ਉਹਦੇ ਨਜ਼ਦੀਕ ਜਮਦੂਤ ਨਹੀਂ ਆਉਂਦੇ। ਗ੍ਰੰਥ ਸਾਹਿਬ ਵਿੱਚ
ਨਾਮ ਦੀ ਮਹਿਮਾ ਬਹੁਤ ਕੀਤੀ ਏ। ਸਤਿਗੁਰ ਆਉਂਦਾ ਏ ਔਰ ਉਹਨਾਂ ਨੂੰ ਲੈ ਜਾਂਦਾ ਏ। ਸੁਨੇ ਨਾ ਕੋਈ ਮੁਸ਼ਕਿਲ ਭਾਰੀ, ਸਰਪਨ ਮਾਲਾ ਲੈ ਗਲ ਡਾਰੀ। ਕਹਿੰਦੇ ਨੇ ਮੁਸ਼ਕਿਲ ਤਾਂ ਇਹ ਹੈ ਕਿ ਹਾਏ ਤੌਬਾ ਪੁਕਾਰਦੇ ਨੇ, ਰੋਂਦੇ ਨੇ, ਪਿੱਟਦੇ ਨੇ, ਮਗਰ ਕੋਈ ਸੁਣਦਾ ਨਹੀਂ। ਜਿਨ੍ਹਾਂ ਨੇ ਲੜਕੀਆਂ ਦਾ ਪੈਸਾ ਖਾਧਾ ਏ ਜਾਂ ਪਰਾਈਆਂ ਮਾਨਤਾਂ ਲੈ ਕੇ ਮੁੱਕਰ ਗਏ, ਉਹਨਾਂ ਦੇ ਗਲਾਂ ਵਿੱਚ ਸੱਪਾਂ ਦੀ ਮਾਲਾ ਪਾਈ ਜਾਂਦੀ ਏ। ਉਹ ਸੱਪ ਤੋੜ ਤੋੜ ਕੇ ਖਾਂਦੇ ਨੇ। ਇਹੋ ਹਾਲ ਚੋਰਾਂ ਦਾ ਹੁੰਦਾ ਏ। ਉੱਥੇ ਕੋਈ ਫਰਿਆਦ ਨਹੀਂ ਸੁਣਦਾ। ਸੰਤ ਜੋ ਕੁਝ ਦੇਖਦੇ ਨੇ ਬਿਆਨ ਕਰਦੇ ਨੇ, ਉਹ ਝੂਠ ਨਹੀਂ ਬੋਲਦੇ। ਜੇਕਰ ਸੰਤ ਹੀ ਝੂਠ ਬੋਲਣਗੇ ਤਾਂ ਸੱਚ ਕੌਣ ਬੋਲੇਗਾ। ਜਿਹੜੇ ਜਿਹੜੇ ਜੀਵ ਪਿਛਲਿਆਂ ਮਹਾਤਮਾ ਦੇ ਵਕਤ ਵਿੱਚ ਆਏ ਅਤੇ ਮਹਾਤਮਾ ਨੇ ਉਹਨਾਂ ਨੂੰ ਰਸਤਾ ਦਿੱਤਾ, ਉਹ ਸੰਸਾਰ ਸਮੁੰਦਰ ਥੀ ਪਾਰ ਹੋ ਗਏ, ਬਾਕੀ ਬਿਲਕੁਲ ਨਹੀਂ। ਮਤਲਬ ਤਾਂ ਇਹ ਹੈ ਕਿ ਜਿਹੜੇ ਕਾਮਲ ਮੁਰਸ਼ਦ ਦੇ ਜ਼ਮਾਨੇ ਵਿੱਚ ਆਏ, ਜਿਨ੍ਹਾਂ ਨੂੰ ਨਾਮ ਮਿਲਿਆ, ਉਹਨਾਂ ਦਾ ਬੇੜਾ ਪਾਰ ਹੋ ਗਿਆ। ਜਿਹੜੇ ਪਿੱਛੋਂ ਆਏ ਔਰ ਨਾਮ ਨਹੀਂ ਮਿਲਿਆ, ਚਾਹੇ ਉਹ ਕਿਸੇ ਕੌਮ ਦੇ ਨੇ, ਚਾਹੇ ਹਿੰਦੂ ਨੇ, ਚਾਹੇ ਮੁਸਲਮਾਨ ਨੇ, ਚਾਹੇ ਈਸਾਈ ਔਰ ਚਾਹੇ ਸਿੱਖ, ਸਭਨਾਂ ਦੇ ਵਾਸਤੇ ਇੱਕੋ ਕਾਨੂੰਨ ਏ ਕਿ ਬਿਨਾਂ ਨਾਮ ਦੇ ਨਾ ਕੋਈ ਬਚਿਆ ਔਰ ਨਾ ਬਚੇਗਾ। ਸਾਡੀ ਤਾਲੀਮ ਇਹ ਹੈ ਕਿ ਜੀਂਦੇ ਜੀ ਅੰਦਰ ਚੜ੍ਹੋ ਔਰ ਦੇਖੋ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਅੰਧ ਵਿਸ਼ਵਾਸ ਲਿਆਓ। ਮਾਰ ਮਾਰ ਚੋਂ ਦਿਸੇ ਹੋਈ, ਪਤੀਗਤ ਆਪਣੀ ਸਭ ਬਿਦ ਖੋਈ। ਅਬ ਕੋਈ ਨਹੀਂ ਕਹਿੰਦਾ ਕਿ ਇਹਨਾਂ 'ਤੇ ਰਹਿਮ ਕਰੋ, ਕਿਉਂਕਿ ਰਹਿਮ ਕਰਨ ਵਾਲਾ ਉੱਥੇ ਹੈ ਕੋਈ ਨਹੀਂ। ਅਗਰ ਕੋਈ ਹਨ ਤਾਂ ਜਮਦੂਦ, ਜਿਹੜੇ ਆਪਣੇ ਮਤਹਿਤਾਂ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਖੂਹ ਮਾਰੋ, ਹੋਰ ਮਾਰੋ। ਇਹਨਾਂ ਨੇ ਮਨੁੱਖ ਜਨਮ ਪਾ ਕੇ ਕੋਈ ਨੇਕ ਕੰਮ ਨਹੀਂ ਕੀਤਾ। ਚਾਰੇ ਪਾਸਿਆਂ ਥੀ ਮਾਰੋ ਮਾਰ ਦੀ ਆਵਾਜ਼ ਆਉਂਦੀ ਏ। ਨਰਕਨ ਮੇਂ ਅਤੀ ਤਰਾਸ ਦਿਖਾਵੇਂ, ਫਿਰ 84 ਲੈ ਪਹੁੰਚਾਵੇਂ। ਅਬ ਨਰਕਾਂ ਦੀ ਤਫਸੀਲ ਦਿੰਦੇ ਨੇ। ਹੈ ਤਾਂ ਬਹੁਤ ਸਾਰੇ, ਲੇਕਿਨ ਸਿਰਫ ਇੰਨਾ ਕਿਹਾ ਜਾਂਦਾ ਏ ਕਿ ਪਹਿਲੇ ਜਿਸ ਵਕਤ ਮੌਤ ਆਉਂਦੀ ਏ, ਜਮਦੂਦ ਇਹਦੀ ਰੂਹ ਨੂੰ ਜ਼ਬਰਦਸਤੀ ਬਾਹਰ ਕੱਢਦੇ ਨੇ। ਇਹ ਬੜਾ ਭਿਆਨਕ ਸਮਾਂ ਹੁੰਦਾ ਏ। ਹਿੰਦੂਆਂ ਦੇ ਸ਼ਾਸਤਰ ਕਹਿੰਦੇ ਨੇ ਕਿ ਮੌਤ ਦੀ ਪੀੜ 1000 ਬਿੱਛੂ ਦੇ ਇਕੱਠੇ ਡੰਗ ਮਾਰਨ ਦੇ ਬਰਾਬਰ ਹੈ। ਔਰ ਮੁਸਲਮਾਨਾਂ ਦੀਆਂ ਕਿਤਾਬਾਂ ਕਹਿੰਦੀਆਂ ਨੇ ਕਿ ਅਗਰ ਇੱਕ ਖਾਰਦਾਰ ਝਾੜੀ ਮੂੰਹ ਦੇ ਰਸਤੇ ਦਾਖਲ ਕਰਕੇ ਪਖਾਨੇ ਦੇ ਰਸਤੇ ਛੱਡੀ ਜਾਏ, ਇਸ ਕਦਰ ਤਕਲੀਫ ਮੌਤ ਦੇ ਵੇਲੇ ਹੁੰਦੀ ਏ। ਇਸ ਥੀ ਬਾਅਦ ਨਰਕਾਂ ਵਿੱਚ ਪਾਇਆ ਜਾਂਦਾ ਏ, ਉੱਥੇ ਅਤੀ ਤਕਲੀਫ ਹੁੰਦੀ ਏ। ਜਿਸ ਵਕਤ ਇਹ ਨਰਕਾਂ ਦੇ ਦੁੱਖ ਭੋਗ ਚੁੱਕਦਾ ਏ ਤਾਂ ਫਿਰ ਇਹਨੂੰ ਮਨੁੱਖ ਤਾਂ ਨਹੀਂ ਬਣਾਉਂਦੇ, ਬਲਕਿ 84 ਲੱਖ ਜੂਨਾਂ ਭੁਗਤਾਉਂਦੇ ਨੇ, ਜਿਨ੍ਹਾਂ ਦੀ ਤਫਸੀਲ ਇਸ ਤਰ੍ਹਾਂ ਹੈ ਕਿ ਪਹਿਲੇ ਦਰਖਤ ਹਨ, ਇਹਨੂੰ ਕਾਫੀ ਅਰਸਾ ਇਹਨਾਂ ਵਿੱਚ ਜਨਮ ਲੈਣ ਔਰ ਮਰਨ ਵਿੱਚ ਲੱਗ ਜਾਂਦਾ ਏ। ਫਿਰ ਕੀੜਿਆਂ ਪਤੰਗਿਆਂ ਦੀ ਜਮਾਤ ਵਿੱਚ ਲਿਆਉਂਦੇ ਨੇ, ਫਿਰ ਪੰਛੀਆਂ ਦੀ ਜਮਾਤ ਵਿੱਚ ਔਰ ਫਿਰ ਪਸ਼ੂਆਂ ਦੀ ਜਮਾਤ ਵਿੱਚ ਲਿਆਉਂਦੇ ਨੇ। ਹਰ ਇੱਕ ਜਮਾਤ ਵਿੱਚ ਬੇਸ਼ੁਮਾਰ ਜ਼ਮਾਨਾ ਲੱਗ ਜਾਂਦਾ ਏ। ਸਭ ਤੋਂ ਪਿੱਛੇ ਮਨੁੱਖ ਜਨਮ ਮਿਲਦਾ ਏ। ਅਗਰ ਮਨੁੱਖ ਜਨਮ ਵਿੱਚ ਨਾਮ ਮਿਲ ਗਿਆ ਤਾਂ ਮੁਕਤੀ ਦਾ ਸਮਾਨ ਹੋ ਗਿਆ। ਅਗਰ ਨਾਮ ਨਾ ਮਿਲਿਆ ਤਾਂ ਫਿਰ 84 ਦਾ 84 ਵਿੱਚ ਹੀ ਰਿਹਾ, ਨਰਕਾਂ ਵਿੱਚ ਅਲੱਗ ਜਾਣਾ ਪਿਆ। ਇਹ ਪਾਪੀ ਪੁਰਸ਼ਾਂ ਦਾ ਹਾਲ ਏ, ਜਿਹੜੇ ਵਿਸ਼ੇ ਵਕਾਰ ਭੋਗਦੇ ਨੇ, ਇਹ ਉਹਨਾਂ ਦਾ ਹਾਲ ਏ। ਗੁਰ ਭਗਤੀ ਬਿਨ ਯਹ ਗਤ ਪਾਈ, ਨਰ ਦੇਹੀ ਸਭ ਬਾਦ ਗਵਾਈ। ਕਹਿੰਦੇ ਨੇ ਇਹ ਦੁੱਖ ਕਿਉਂ ਪਾਇਆ? ਫਿਰ ਆਪ ਹੀ ਜਵਾਬ ਦਿੰਦੇ ਨੇ ਕਿ ਜਾਂ ਤਾਂ ਗੁਰੂ ਨਹੀਂ ਮਿਲਿਆ, ਜੇਕਰ ਮਿਲਿਆ ਤਾਂ ਉਹਦਾ ਕਿਹਾ ਨਹੀਂ ਮੰਨਿਆ, ਨਾ ਭਜਨ ਕੀਤਾ ਨਾ ਸਿਮਰਨ ਕੀਤਾ। ਮਨੁੱਖਾ ਜਨਮ ਇੰਦਰੀਆਂ ਦੇ ਭੋਗਾਂ ਔਰ ਮਨ ਦੀ ਖੁਸ਼ੀ ਵਿੱਚ ਗੁਜ਼ਾਰ ਦਿੱਤਾ। ਹੁਣ ਮੌਤ ਦੇ ਵਕਤ ਹਿਸਾਬ ਦੇਣਾ ਪਿਆ। ਇਹੋ ਜਿਹੇ ਵਾਕਿਆਤ ਤੁਸੀਂ ਰੋਜ਼ ਦੇਖਦੇ ਹੋ। ਅਬ ਕਹਿੰਦੇ ਨੇ ਕਿ ਸਾਡਾ ਦੁਨੀਆ ਵਿੱਚ ਦੁਸ਼ਮਣ ਕੌਣ ਹੈ? ਕਿ ਮਨ ਔਰ ਇੰਦਰੀਆਂ। ਹਰ ਇੱਕ ਇੰਦਰੀ ਧਰਮ ਰਾਏ ਦੇ ਦਰਬਾਰ ਵਿੱਚ ਖਿਲਾਫ ਗਵਾਹੀ ਦਿੰਦੀ ਏ। ਹੱਥ ਗਵਾਹੀ ਦਿੰਦੇ ਨੇ ਕਿ ਇਹਨੇ
ਫਲਾਨਾ ਮੰਦਾ ਕਰਮ ਕੀਤਾ। ਅੱਖਾਂ ਗਵਾਹੀ ਦਿੰਦੀਆਂ ਨੇ ਕਿ ਇਸ ਨੇ ਫਲਾਣੇ ਭੋਗ ਨੂੰ ਦੇਖਿਆ ਸੀ। ਇਸ ਤਰ੍ਹਾਂ ਹੋਰ ਇੰਦਰੀਆਂ ਦਾ ਹਾਲ ਸਮਝ ਲਓ। ਉੱਥੇ ਸੰਤ ਹੀ ਬਚਾਉਣ ਤਾਂ ਬਚੇ, ਵਰਨਾ ਇਹਦੇ ਬਚਣ ਦੀ ਕੋਈ ਸੂਰਤ ਨਹੀਂ। ਸਾਰੀਆਂ ਦੀਆਂ ਸਾਰੀਆਂ ਇੰਦਰੀਆਂ ਬਰਖਲਾਫ ਗਵਾਹੀ ਦਿੰਦੀਆਂ ਨੇ। ਅਬ ਸੰਤ ਕੀ ਕਰਦੇ ਨੇ? ਉਹ ਕਹਿੰਦੇ ਨੇ ਕਿ ਤੂੰ ਭਜਨ ਕਰ, ਸਿਮਰਨ ਕਰ। ਜੇਕਰ ਇਹ ਨਾ ਸਮਝੇ ਤਾਂ ਉਹ ਕੀ ਕਰਨ? ਇਹੋ ਦਰਿਆ ਸਾਹਿਬ ਕਹਿੰਦੇ ਨੇ, ਸਮਝਾਏ ਸਮਝੇ ਨਾਹੀਂ, ਗਹੇ ਨਾ ਮਨ ਕੀ ਠੋਰ। ਬਹਿਤੇ ਕੋ ਬਹਿ ਜਾਣ ਦੇ ਧੱਕੇ ਦੋ ਔਰ। ਜਦ ਸੰਤ ਕਹਿੰਦੇ ਨੇ ਕਿ ਇਹ ਕੰਮ ਛੱਡ ਦੇ, ਉਹ ਕੰਮ ਛੱਡ ਦੇ, ਜੇਕਰ ਇਹ ਨਾ ਛੱਡੇ ਤਾਂ ਉਹ ਕੀ ਕਰਨ? ਅਬ ਕਹਿੰਦੇ ਨੇ, ਅਗਰ ਇਹ ਗੁਰੂ ਦੀ ਭਗਤੀ ਕਰਦਾ, ਗੁਰੂ ਨਾਲ ਪਿਆਰ ਲਾਉਂਦਾ ਤਾਂ ਇੰਨੇ ਉਪੱਦਰ ਕਰਦਾ ਹੀ ਕਿਉਂ? ਜੋ ਭਗਤ ਭਗਤ ਸੇ ਚੂਕੇ, ਤਿਨਕੇ ਮੁਖ ਜਮ ਪਲ ਥੂਕੇ। ਜਿਨ੍ਹਾਂ ਨੇ ਵਿਸ਼ੇ ਵਕਾਰ ਭੋਗੇ ਨੇ, ਹੋਰ ਖੋਟੇ ਕਰਮ ਕੀਤੇ ਨੇ, ਜਦੋਂ ਨਰਕਾਂ ਵਿੱਚ ਜਾ ਕੇ ਜਮਦੂਦਾਂ ਦੇ ਹੱਥੋਂ ਸਜ਼ਾ ਭੋਗਦੇ ਨੇ ਤਾਂ ਜਮਦੂਦ ਨਾਲੇ ਤਾਂ ਮਾਰਦੇ ਨੇ, ਨਾਲੇ ਕਹਿੰਦੇ ਨੇ ਕਿ ਤੁਹਾਡਾ ਮੂੰਹ ਵੇਖਣ ਦੇ ਕਾਬਿਲ ਨਹੀਂ, ਬਲਕਿ ਥੁੱਕਣ ਦੇ ਕਾਬਿਲ ਹੈ। ਤੁਸੀਂ ਮਨੁੱਖ ਜਨਮ ਪਾ ਕੇ ਭਜਨ ਨਹੀਂ ਕੀਤਾ, ਭਗਤੀ ਨਹੀਂ ਕੀਤੀ, ਹੋਰ ਖੋਟੇ ਕਰਮ ਕੀਤੇ। ਹੁਣ ਕਰਮ ਨੂੰ ਬਣਾਉਣਾ ਏ, ਆਪ ਦੋਸ਼ ਕਿਹਨੂੰ ਦੇਵੇ? ਚਾਹੇ ਪ੍ਰਾਲਬਧ ਹਾਂ, ਚਾਹੇ ਕਿਰੇਮਾਨ ਨੇ ਇਹਦੇ ਸਾਹਮਣੇ ਕੀਤੇ ਹੋਏ ਨੇ। ਜੇ ਆਪਣੇ ਨਾ ਕੀਤੇ ਹੋਣ ਤਾਂ ਇਹਨੂੰ ਸਜ਼ਾ ਕੌਣ ਦੇ ਸਕਦਾ ਏ? ਸੋ ਤੁਸੀਂ ਜੇਲ੍ਹਾਂ ਵਿੱਚ ਜਾ ਕੇ ਦੇਖੋ, ਥਾਣਿਆਂ ਵਿੱਚ ਜਾ ਕੇ ਦੇਖੋ ਕਿ ਮੁਜਰਮਾਂ ਨੂੰ ਕਿੰਨਾ ਮਾਰਦੇ ਨੇ। ਮੈਂ ਬਜਾਤੇ ਖੁਦ ਜੇਲ੍ਹ ਵਿੱਚ ਜਾ ਕੇ ਮੁਜਰਮਾਂ ਨੂੰ ਮਾਰ ਪੈਂਦੀਆਂ ਨੂੰ ਦੇਖਿਆ ਏ। ਜੇਕਰ ਕਿਤੇ ਕੋਈ ਅਮੀਰ ਫਸ ਜਾਏ ਤਾਂ ਗੋਆ ਉਹਨਾਂ ਵਾਸਤੇ ਮੁਰਗੀ ਫਸ ਜਾਂਦੀ ਏ। ਬੜਾ ਦੁੱਖ ਦਿੰਦੇ ਔਰ ਮਾਲ ਦੌਲਤ ਝਾੜਦੇ ਨੇ। ਐਸੀ ਕੁਗਤ ਹੋਏਗੀ ਸਭ ਕੀ, ਜੋ ਨਹੀਂ ਧਾਰੇ ਸਤਿਗੁਰ ਅਬ ਕੀ। ਸਤਿਗੁਰ ਬਿਨਾ ਕੋਈ ਨਹੀਂ ਬਾਚੈ, ਨਾਮ ਬਿਨਾ 84 ਨਾਚੈ। ਕਹਿੰਦੇ ਨੇ, ਜਿਨ੍ਹਾਂ ਨੂੰ ਮਨੁੱਖ ਜਨਮ ਪਾ ਕੇ ਸਤਿਗੁਰ ਨਹੀਂ ਮਿਲੇ, ਨਾਮ ਨਹੀਂ ਮਿਲਿਆ, ਉਹਨਾਂ ਸਾਰਿਆਂ ਦੀ ਅਜਿਹੀ ਹਾਲਤ ਹੋਵੇਗੀ। ਕਿਉਂ? ਬਚਾਉਣ ਵਾਲੀਆਂ ਦੋ ਚੀਜ਼ਾਂ ਹਨ, ਇੱਕ ਗੁਰੂ, ਦੂਸਰਾ ਨਾਮ। ਜੇ ਦੋਵੇਂ ਚੀਜ਼ਾਂ ਨਹੀਂ ਮਿਲੀਆਂ ਤਾਂ ਬਚਾਵੇ ਕੌਣ? ਕਹਿੰਦੇ ਨੇ, ਬਿਨਾਂ ਸਤਿਗੁਰ ਕੋਈ 84 ਔਰ ਜਮਾ ਥੀ ਨਹੀਂ ਬਚਾ ਸਕਦਾ, ਕਿਉਂਕਿ ਨਾਮ ਬਿਨਾ ਉਧਾਰ ਨਹੀਂ ਔਰ ਨਾਮ ਸਤਿਗੁਰ ਥੀ ਮਿਲਦਾ ਏ। ਸੋ ਜਦ ਤੱਕ ਸਤਿਗੁਰ ਔਰ ਨਾਮ ਨਹੀਂ ਮਿਲਦੇ, ਇਹਦਾ ਕੱਖ ਵੀ ਨਹੀਂ ਬਣਦਾ। ਬਿਨਾਂ ਨਾਮ ਇਹ ਗਧਾ, ਕੁੱਤਾ, ਬਿੱਲਾ, ਕੀੜਾ, ਪਤੰਗਾ, ਘਾਸ ਫੂਸ ਬਣਦਾ ਪਿਆ ਫਿਰਦਾ ਏ। ਅਗਰ 84 ਦਾ ਚੱਕਰ ਮਕਾਉਣਾ ਏ ਤਾਂ ਸਤਿਗੁਰ ਔਰ ਸ਼ਬਦ ਦੀ ਸ਼ਰਨ ਲਓ। ਧਨ ਭਾਗ ਹਮ ਸਤਿਗੁਰ ਪਾਇਆ, ਚੜੀ ਸੁਰਤ ਮਨ ਗਗਨ ਸਮਾਇਆ। ਅਬ ਹਜੂਰ ਸਵਾਮੀ ਜੀ ਮਹਾਰਾਜ ਬਿਨਾਂ ਨਾਮ ਵਾਲਿਆਂ ਦੀ ਹਾਲਤ ਕਹਿ ਕੇ ਫਿਰ ਨਾਮ ਵਾਲਿਆਂ ਦੀ ਤਰਫ ਆਉਂਦੇ ਨੇ। ਨਾਮ ਵਾਲੀ ਰੂਹ ਕਹਿੰਦੀ ਏ, ਮੇਰੇ ਧਨ ਭਾਗ ਹਨ ਕਿ ਸਤਿਗੁਰ ਨੇ ਮੈਨੂੰ ਸੰਭਾਲ ਲਿਆ, ਜਮਦੂਤ ਥੀ ਬਚਾ ਲਿਆ ਔਰ ਅੰਦਰ ਸ਼ਬਦ ਨਾਲ ਜੋੜ ਦਿੱਤਾ। ਜਿਸ ਤਰ੍ਹਾਂ ਕਿਸੇ ਆਦਮੀ ਨੂੰ ਜੰਗਲ ਵਿੱਚ ਠੱਗ ਡਾਕੂ ਘੇਰ ਕੇ ਕਤਲ ਕਰਨਾ ਚਾਹੁੰਦੇ ਹੋਣ, ਅਚਾਨਕ ਕੋਈ ਆਪਣਾ ਆਦਮੀ ਆ ਜਾਏ ਔਰ ਉਹ ਉਹਨਾਂ ਥੀ ਛੁਡਾ ਲੈ, ਉਹਨੂੰ ਕਿਤਨੀ ਖੁਸ਼ੀ ਹੁੰਦੀ ਏ। ਠੀਕ ਇਸੇ ਤਰ੍ਹਾਂ ਸਤਿਗੁਰ ਇਹਦੇ ਨਾਲ ਸਲੂਕ ਕਰਦਾ ਏ। ਬਲਕਿ ਜਦ ਸਤਿਗੁਰ ਆਉਂਦਾ ਏ ਤਾਂ ਜਮਦੂਤ ਸਾਰੇ ਪਿਛਾਂਹ ਹਟ ਜਾਂਦੇ ਨੇ। ਸੁਨ ਮੰਡਲ ਜਾਏ ਝੂਲਾ ਝੂਲੀ, ਸਾਵਨ ਮਾਸ ਲਿਆ ਫਲ ਮੂਲੀ। ਸਾਵਣ ਭਾਦੋਂ ਦੇ ਮਹੀਨੇ ਵਰਖਾ ਹੋ ਕੇ ਠੰਡ ਹੋ ਜਾਂਦੀ ਏ। ਇਸਤਰੀਆਂ ਔਰ ਪੁਰਸ਼ ਬਾਹਰ ਦਰਖਤਾਂ 'ਤੇ ਪੀਂਘਾਂ ਪਾ ਕੇ ਝੂਲੇ ਝੂਲਦੇ ਨੇ। ਅਬ ਕਹਿੰਦੇ ਨੇ ਕਿ ਇਹ ਤਾਂ ਦੁਨੀਆ ਵਿੱਚ ਹੁੰਦਾ ਏ, ਮਗਰ ਉਹ ਅਸਲੀ ਸੁੱਖ ਕਿੱਥੇ ਹੈ? ਫਿਰ ਆਪ ਹੀ ਜਵਾਬ ਦਿੰਦੇ ਨੇ ਕਿ ਪਾਰ ਬ੍ਰਹਮ ਵਿੱਚ। ਅਬ ਰੂਹ ਤੁਰਿਆ ਪਦ ਨੂੰ ਛੱਡ ਕੇ, ਬ੍ਰਹਮ ਨੂੰ ਛੱਡ ਕੇ ਪਾਰ ਬ੍ਰਹਮ ਵਿੱਚ ਆ ਗਈ
ਔਰ ਰੂਹ ਦੇ ਉੱਪਰੋਂ ਤਿੰਨੇ ਸਰੀਰ ਸਥੂਲ, ਸੂਖਮ ਔਰ ਕਾਰਨ ਉਤਰ ਗਏ। ਇੱਥੇ ਆ ਕੇ ਇਹਦੇ ਉੱਪਰੋਂ ਪਰਦੇ ਲਹਿ ਜਾਂਦੇ ਨੇ। ਇੱਥੇ ਰੂਹ ਦਾ ਆਪਣਾ ਨੂਰ 12 ਸੂਰਜ ਦਾ ਏ। ਉਹੀ ਰੂਹ ਇੱਕ ਮੱਛਰ ਵਿੱਚ ਹੈ, ਉਹੀ ਰੂਹ ਇੱਕ ਹਾਥੀ ਵਿੱਚ ਹੈ। ਅਬ ਇਤਨੀ ਤਾਕਤ ਵਾਲਾ ਹੋ ਕੇ ਇਨਸਾਨ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਕੀ ਚੀਜ਼ ਏ। ਜਦ ਤੱਕ ਇਹਦੇ ਉੱਪਰੋਂ ਪਰਦੇ ਨਹੀਂ ਲੈ ਜਾਂਦੇ ਪਰਮਾਤਮਾ ਤੱਕ ਹੀ ਇਹਨੂੰ ਆਪਣੇ ਆਪ ਦੀ ਖਬਰ ਨਹੀਂ। ਗੋਇਆ ਮਨੁੱਖ ਜਨਮ ਦਾ ਫਲ 84 ਦੇ ਚੱਕਰ ਨੂੰ ਛੱਡ ਕੇ ਉੱਥੇ ਜਾ ਕੇ ਰੂਹ ਮਹਿਸੂਸ ਕਰਦੀ ਏ ਕਿ ਮੇਰਾ ਕੋਈ ਪਰਮਾਤਮਾ ਵੀ ਹੈ। ਵਰਨਾ ਜਦ ਤੱਕ ਇਹ ਦੇਹ ਵਿੱਚ ਬੈਠਾ ਹੋਇਆ ਏ ਇਹਨੂੰ ਕੀ ਪਤਾ ਏ ਕਿ ਪਰਮਾਤਮਾ ਕਿਹੜੀ ਬਲਾ ਦਾ ਨਾਮ ਹੈ। ਜਾਂ ਸੰਤਾਂ ਮਹਾਤਮਾ ਕੋਲੋਂ ਸੁਣ ਲਿਆ ਏ ਜਾਂ ਗ੍ਰੰਥਾਂ ਪੋਥੀਆਂ ਵਿੱਚ ਪੜ੍ਹ ਛੱਡਿਆ ਏ। ਜਿਸ ਤਰ੍ਹਾਂ ਕੋਈ ਬੜਾ ਸੋਹਣਾ ਗੈਸ ਲੈਂਪ ਹੋਵੇ, ਉਸ ਦੇ ਉੱਪਰ 10-20 ਸਟਾਰ ਦੇ ਪਰਦੇ ਚੜ੍ਹੇ ਹੋਣ, ਤੁਸੀਂ ਉਹਨੂੰ ਕਿਸੇ ਕਮਰੇ ਵਿੱਚ ਲੈ ਜਾਓ, ਕਿਆ ਉਹ ਰੌਸ਼ਨੀ ਦੇਵੇਗਾ? ਬਿਲਕੁਲ ਨਹੀਂ। ਜਿਉਂ-ਜਿਉਂ ਪਰਦੇ ਉਤਾਰਦੇ ਜਾਓਗੇ ਰੌਸ਼ਨੀ ਦੀਆਂ ਕਿਰਨਾਂ ਛਿਣ-ਛਿਣ ਕੇ ਨਿਕਲਣਗੀਆਂ। ਭਜਨ ਸਿਮਰਨ ਕਿਉਂ ਕਰਨਾ ਏ? ਪਰਦੇ ਲਾਉਣ ਵਾਸਤੇ। ਸਖੀਆ ਸਭ ਮਿਲ ਗਾਵਨ ਲਾਗੀ, ਮਾਇਆ ਮਮਤਾ ਦੇਖਤ ਭਾਗੀ। ਕਹਿੰਦੇ ਨੇ ਜਿਹੜੀਆਂ ਸੰਤ ਮਹਾਤਮਾ ਦੀਆਂ ਰੂਹਾਂ ਹਨ ਉਹ ਸਾਡੀਆਂ ਸਹੇਲੀਆਂ ਹਨ। ਉਹ ਵੀ ਗੁਣ ਗਣਾਉਂਦੀਆਂ ਨੇ, ਇਹ ਵੀ ਗੁਣ ਗਾਉਣ ਲੱਗ ਗਈ। ਸਥੂਲ ਸੂਖਮ ਕਾਰਨ ਸਭ ਮਾਇਆ ਦੇ ਖਿਲਾਫ ਹਨ। ਆਬੇ ਉੱਪਰ ਚਲੀ ਗਈ। ਇਹ ਮਾਇਆ ਦਾ ਦੇਸ਼ ਸੀ, ਮਾਇਆ ਦਾ ਦੇਸ਼ ਹੀ ਛੱਡ ਦਿੱਤਾ। ਹੁਣ ਮਮਤਾ ਕੀ ਕਰ ਸਕਦੀ ਏ? ਇਸ ਵਾਸਤੇ ਸੰਤ ਸਤਸੰਗ ਵਿੱਚ ਕਹਿੰਦੇ ਨੇ ਕਿ ਮਾਇਆ ਦਾ ਦੇਸ਼ ਛੱਡ ਦਿਓ, ਚਲੋ ਉੱਪਰ। ਜਦ ਇਹ ਚਿੱਕੜ ਵਿੱਚੋਂ ਨਿਕਲਣਾ ਪਸੰਦ ਨਹੀਂ ਕਰਦੇ ਫਿਰ ਸੰਤ ਕੀ ਕਰਨ? ਸਭੀ ਸੁਹਾਗਨ ਝੂਲੇ ਘਰ ਘਰ, ਪੀਆ ਆਪਣੇ ਕੋ ਹਿਰਦੇ ਧਰ ਧਰ। ਜਿਸ ਤਰ੍ਹਾਂ ਸਾਵਣ ਦੇ ਮਹੀਨੇ ਸਖੀਆਂ ਪੀਂਘਾਂ ਪਾ ਕੇ ਝੂਲਦੀਆਂ ਨੇ, ਠੰਡੀਆਂ ਹਵਾਵਾਂ ਲੈਂਦੀਆਂ ਨੇ ਔਰ ਆਪਣੇ ਪੁਰਸ਼ਾਂ ਨਾਲ ਹਾਸ ਬਿਲਾਸ ਕਰਦੀਆਂ ਨੇ, ਉੱਥੇ ਇਹਦਾ ਪਤੀ ਕੌਣ ਏ? ਸਤਿਗੁਰ ਨਾਮ ਔਰ ਸ਼ਬਦ। ਕਹਿੰਦੇ ਨੇ ਇਸ ਤਰ੍ਹਾਂ ਇਹ ਉੱਥੇ ਸਤਿਗੁਰ ਨਾਮ ਔਰ ਸ਼ਬਦ ਨਾਲ ਇਸ਼ਕ ਔਰ ਖੁਸ਼ੀਆਂ ਮਾਣ ਰਹੀ ਹੈ। ਸਾਰੀਆਂ ਰੂਹਾਂ ਦੇ ਅੰਦਰ ਅਕਾਲ ਪੁਰਖ ਪਤੀ ਹੈ। ਜਿਨ੍ਹਾਂ ਜਿਨ੍ਹਾਂ ਨੇ ਪਰਦਾ ਖੋਲ੍ਹ ਕੇ ਦਰਸ਼ਨ ਕਰ ਲਏ ਉਹ ਸਾਰੀਆਂ ਸੁਹਾਗਣ ਹੋ ਗਈਆਂ। ਪੀਆ ਬਿਮੁਖ ਤਰਸੇ ਬਹੁ ਨਾਰੀ, ਜਿਨਕੇ ਪਤੀ ਪਰਦੇਸ ਸਿਧਾਰੀ। ਜਿਸ ਤਰ੍ਹਾਂ ਦੁਨੀਆ ਵਿੱਚੋਂ ਜਦ ਕਿਸੇ ਦੇ ਘਰ ਕੋਈ ਵਿਆਹ ਸ਼ਾਦੀ ਹੁੰਦੀ ਹੈ ਜਾਂ ਕੋਈ ਤੀਜ ਤਿਉਹਾਰ ਹੁੰਦਾ ਏ, ਜਿਨ੍ਹਾਂ ਇਸਤਰੀਆਂ ਦੇ ਪਤੀ ਪਾਸ ਹੁੰਦੇ ਨੇ ਉਹ ਰੰਗ ਰਲੀਆਂ ਮਾਣਦੀਆਂ ਨੇ। ਜਿਨ੍ਹਾਂ ਦਾ ਪਤੀ ਅਮਰੀਕਾ, ਅਫਰੀਕਾ ਜਾਂ ਕਿਤੇ ਪਰਦੇਸ ਗਿਆ ਹੁੰਦਾ ਏ ਉਹ ਅਫਸੋਸਨਾਕ ਹੁੰਦੀਆਂ ਔਰ ਝੂਰਦੀਆਂ ਨੇ। ਇਸੇ ਤਰ੍ਹਾਂ ਜਿਨ੍ਹਾਂ ਰੂਹਾਂ ਨੂੰ ਪਰਮੇਸ਼ਰ ਪਤੀ ਮਿਲ ਗਿਆ ਉਹ ਸਾਵਣ ਦੇ ਮਹੀਨੇ ਕਿਆ ਮਨੁੱਖ ਜਨਮ ਵਿੱਚ ਰੰਗ ਮਾਣਦੀਆਂ ਨੇ, ਔਰ ਜਿਨ੍ਹਾਂ ਦੇ ਅੰਦਰ ਪਤੀ ਪਰਮੇਸ਼ਰ ਪ੍ਰਗਟ ਨਹੀਂ ਹੋਇਆ ਉਹ ਰੋਂਦੀਆਂ ਔਰ ਕਹਿੰਦੀਆਂ ਨੇ ਕਿ ਪਤਾ ਨਹੀਂ ਪਤੀ ਮਿਲੇ ਕਿ ਨਾ ਮਿਲੇ। ਤਿਨਕੋ ਸਾਵਨ ਕਾਲਾ ਨਾਗਾ, ਡਸ ਡਸ ਖਾਵੇ ਲਾਗੇ ਆਗਾ। ਹੁਣ ਸਾਵਣ ਦੀਆਂ ਝੜੀਆਂ ਨੇ, ਠੰਡੀਆਂ ਹਵਾਵਾਂ ਚੱਲਦੀਆਂ ਨੇ, ਬੂੰਦਾਂ ਪੈਂਦੀਆਂ ਨੇ। ਜਿਹੜੀਆਂ ਪਤੀ ਵਾਲੀਆਂ ਨੇ ਉਹ ਖੁਸ਼ੀ ਕਰਦੀਆਂ ਨੇ, ਮਗਰ ਜਿਨ੍ਹਾਂ ਦੇ ਪਾਸ ਪਤੀ ਨਹੀਂ ਉਹਨਾਂ ਵਾਸਤੇ ਉਹ ਬੂੰਦਾਂ ਕਾਲਾ ਨਾਗ ਹਨ। ਬਾਹਰ ਬਰਖਾ ਰਿਮ ਜਿਮ ਹੋਈ, ਘਟ ਮੇ ਉਨਕੇ ਅਗਨ ਸਮੋਈ। ਕਹਿੰਦੇ ਨੇ ਅਗਰ ਸਾਵਣ ਦੇ ਮਹੀਨੇ ਵਿੱਚ ਬਾਹਰ ਬੂੰਦਾਂ ਪੈਂਦੀਆਂ ਨੇ, ਠੰਡੀਆਂ ਹਵਾਵਾਂ ਚੱਲਦੀਆਂ ਨੇ, ਮਗਰ ਜਿਨ੍ਹਾਂ ਦੇ ਕੋਲ ਪਤੀ ਨਹੀਂ ਉਹਨਾਂ ਦੇ ਅੰਦਰ ਅੱਗਾਂ ਬਲਦੀਆਂ ਨੇ। ਜਿਹੜੀ ਰੂਹ ਦੁਹਾਗਣ ਏ ਉਹਦੇ ਵਾਸਤੇ ਤਾਂ ਨਰਕ ਏ। ਇਸ ਤਰ੍ਹਾਂ ਜਿਹੜੇ ਅੰਦਰ ਗਏ ਉਹਨਾਂ ਵਾਸਤੇ ਤਾਂ ਖੁਸ਼ੀ ਔਰ ਸ਼ਾਂਤੀ ਏ, ਮਗਰ ਜਿਹੜੇ ਨਰਕਾਂ ਵਿੱਚ ਗਏ ਉਹਨਾਂ ਵਾਸਤੇ ਅੱਗ ਏ। ਅਗਨ ਲਗੀ ਮਾਨੋ ਤਨ ਮਨ ਫੂਕਾ, ਉਨਕੇ ਭਾਵੇਂ ਪੜ ਗਿਆ ਸੂਖਾ। ਜਿਨ੍ਹਾਂ ਦੇ ਪਤੀ ਪਰਦੇਸ ਹਨ ਉਹਨਾਂ ਦਾ ਤਨ ਮਨ ਸੜਦਾ ਏ। ਉਹਨਾਂ ਦੇ ਵਾਸਤੇ ਮੀਂਹ ਬਰਸਿਆ ਹੀ ਨਹੀਂ,
ਉਹਨਾਂ ਨੂੰ ਸਾਵਣ ਆਇਆ ਹੀ ਨਹੀਂ। ਇਸ ਤਰ੍ਹਾਂ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਸ਼ਬਦ ਨਹੀਂ ਮਿਲਿਆ, ਉਹਨਾਂ ਦਾ ਮਨੁੱਖਾ ਜਨਮ ਬਰਬਾਦ ਹੋ ਗਿਆ, ਬਲਕਿ ਪਾਪ ਕਰਕੇ ਸਿਰ ਤੇ ਬੋਝ ਬੰਨ ਲਿਆ। ਤੀਜ ਤਿਉਹਾਰ ਕਛ ਨਹੀਂ ਭਾਵੈ, ਮਨ ਮੈਂ ਦੁਖ ਨਹੀਂ ਹਰਕ ਸਮਾਵੈ। ਪਿਆ ਬਿਨ ਸਾਵਨ ਕੈਸਾ ਆਇਆ, ਜੇਠ ਤਪਨ ਜਸ ਜੀਵ ਜਲਾਇਆ। ਜਿਨ੍ਹਾਂ ਦੇ ਪਤੀ ਪਾਸ ਹਨ, ਉਹਨਾਂ ਨੂੰ ਜਦ ਕੋਈ ਵਿਆਹ ਸ਼ਾਦੀ ਤੀਜ ਤਿਉਹਾਰ ਹੁੰਦਾ ਏ, ਖੁਸ਼ੀ ਹੁੰਦੀ ਏ। ਬਰਖਲਾਫ ਇਸ ਤੇ ਮੈਂ ਕਈ ਦਫਾ ਦੇਖਿਆ ਏ ਕਿ ਜਿਨ੍ਹਾਂ ਦੇ ਪਤੀ ਪਰਦੇਸ ਹਨ ਜਾਂ ਜੋ ਵਿਧਵਾ ਹਨ, ਉਹ ਐਸੇ ਮੌਕਿਆਂ 'ਤੇ ਰੋਂਦੀਆਂ ਹਨ। ਇਸ ਤਰ੍ਹਾਂ ਜਿਨ੍ਹਾਂ ਨੂੰ ਨਾਮ ਮਿਲ ਗਿਆ, ਉਹ ਮਨੁੱਖਾ ਜਨਮ ਵਿੱਚ ਸੁੱਖ ਭੋਗਦੇ ਨੇ, ਔਰ ਜਿਨ੍ਹਾਂ ਨੂੰ ਸਤਿਗੁਰੂ ਪਤੀ ਨਹੀਂ ਮਿਲਿਆ, ਉਹ ਨਰਕਾਂ ਵਿੱਚ ਰੋਂਦੇ ਰੋਂਦੇ ਜਾਂਦੇ ਨੇ। ਜਿਸ ਤਰ੍ਹਾਂ ਉਸ ਦੁਹਾਗਣ ਇਸਤਰੀ ਵਾਸਤੇ ਸਾਵਣ ਦਾ ਮਹੀਨਾ ਵਰਸਿਆ ਹੀ ਨਹੀਂ, ਉਹਦੇ ਵਾਸਤੇ ਸਾਵਣ ਐਸਾ ਹੈ ਜਿਸ ਤਰ੍ਹਾਂ ਜੇਠ ਤਪ ਰਿਹਾ ਏ। ਜਿਸ ਰੂਹ ਨੂੰ ਨਾਮ ਨਹੀਂ ਮਿਲਿਆ, ਸਤਿਗੁਰ ਨਹੀਂ ਮਿਲਿਆ, ਉਹਦੇ ਵਾਸਤੇ ਮਨੁੱਖਾ ਜਨਮ ਜਿਹਾ ਆਇਆ ਤਿਹਾ ਨਾ ਆਇਆ। ਜਿਸ ਤਰ੍ਹਾਂ ਕੁੱਤੇ ਬਿੱਲੇ ਜਨਮ ਭੋਗ ਕੇ ਚਲੇ ਗਏ, ਇਸੇ ਤਰ੍ਹਾਂ ਉਹ ਚਲਾ ਗਿਆ। ਇਹੋ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਗੁਰ ਮੰਤਰ ਹੀਣਸ ਸੋ ਪ੍ਰਾਣੀ, ਧ੍ਰਿੰਗਤ ਜਨਮ ਪ੍ਰਸਟਾਹਣ। ਕੁਕਰ ਸ਼ੁਕਰ ਗਰਭ ਬੈ, ਕਾਕੈ ਸਰਪ ਨੈ ਤੁਲੇ ਖਾਈ। ਕਹਿੰਦੇ ਨੇ, ਜਿਹਨੂੰ ਮਨੁੱਖਾ ਜਨਮ ਪਾ ਕੇ ਗੁਰੂ ਨਹੀਂ ਮਿਲਿਆ, ਔਰ ਗੁਰੂ ਨੇ ਉਹਨੂੰ ਪੰਜ ਸ਼ਬਦ ਦਾ ਭੇਦ ਨਹੀਂ ਦਿੱਤਾ, ਉਹਦਾ ਪੈਦਾ ਹੋਣਾ ਕਿਹਦੇ ਵਰਗਾ ਏ? ਗਧੇ ਵਰਗਾ, ਕੁੱਤੇ ਵਰਗਾ, ਸੂਰ ਵਰਗਾ, ਕਾਉ ਵਰਗਾ, ਸੱਪ ਵਰਗਾ। ਜਿਸ ਤਰ੍ਹਾਂ ਗਧੇ, ਕੁੱਤੇ, ਬਿੱਲੇ, ਸੱਪ ਵਗੈਰਾ ਆਪਣੀ ਜੂਨ ਭੋਗ ਕੇ ਚਲੇ ਗਏ, ਉਹਦਾ ਵੀ ਇਹੋ ਹਾਲ ਏ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਇਹ ਬੜਾ ਹੀ ਮਹੱਤਵਪੂਰਨ ਸਾਵਣ ਮਹੀਨੇ ਦਾ ਸਤਸੰਗ ਸਵਾਮੀ ਜੀ ਮਹਾਰਾਜ ਨੇ ਬੜਾ ਖੋਲ੍ਹ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਸਤਸੰਗੀ ਅਤੇ ਗੈਰ ਸਤਸੰਗੀ ਦਾ ਫਰਕ ਸਮਝਾਇਆ ਗਿਆ ਹੈ। ਅਸੀਂ ਆਮ ਦੇਖਦੇ ਹਾਂ ਕਿ ਸੰਤ ਮਹਾਤਮਾ ਗੱਲਾਂ ਕਰਦੇ ਨੇ ਜਾਂ ਸਤਸੰਗ ਵਿੱਚ ਫਰਮਾਉਂਦੇ ਨੇ ਕਿ ਕਿਸ ਤਰ੍ਹਾਂ ਜਮਦੂਦਾਂ ਦੇ ਹੱਥੋਂ ਗੈਰ ਸਤਸੰਗੀ ਨੂੰ ਖਵਾਰ ਹੋਣਾ ਪੈਂਦਾ ਹੈ, ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਨ੍ਹਾਂ ਦੇ ਕਰਮ ਚੰਗੇ ਨਹੀਂ ਹੁੰਦੇ, ਕਿਸ ਤਰ੍ਹਾਂ ਜਮਦੂਤ ਉਹਨਾਂ ਨੂੰ ਕੁੱਟ ਕੇ ਧਰਮਰਾਜ ਦੇ ਦਰਬਾਰ ਵਿੱਚ ਪੇਸ਼ ਕਰਦੇ ਨੇ। ਸੋ ਪਿਆਰੀ ਸਾਧ ਸੰਗਤ ਜੀਓ, ਅਗਰ ਸਾਨੂੰ ਨਾਮਦਾਨ ਦੀ ਬਖਸ਼ਿਸ਼ ਹੋ ਗਈ ਹੈ, ਮੌਕੇ ਦਾ ਗੁਰੂ ਮਿਲ ਗਿਆ ਹੈ, ਤਾਂ ਅਸੀਂ ਬੜੇ ਭਾਗਾਂ ਵਾਲੇ ਜੀਵ ਹਾਂ। ਮੌਜੂਦਾ ਸਰਕਾਰ ਫਰਮਾਉਂਦੇ ਹਨ, ਕੁਛ ਕਰਕੇ ਦਿਖਾਓ, ਕੁਛ ਬਣ ਕੇ ਦਿਖਾਓ। ਸਾਨੂੰ ਵੀ ਚਾਹੀਦਾ ਹੈ ਕਿ ਆਪਣੇ ਗੁਰੂ ਦੇ ਲੜ ਲੱਗ ਕੇ ਦਿਨ ਰਾਤ ਭਜਨ ਸਿਮਰਨ ਕਰੀਏ, ਉਹਦੀ ਬੰਦਗੀ ਵਿੱਚ ਬੈਠੀਏ, ਉਹਦੀ ਯਾਦ ਵਿੱਚ ਬੈਠੀਏ, ਤਾਂ ਕਿ ਕੁਛ ਕਰਕੇ ਦਿਖਾ ਸਕੀਏ, ਕੁਛ ਬਣ ਕੇ ਦਿਖਾ ਸਕੀਏ। ਰਾਧਾ ਸਵਾਮੀ ਜੀ।